ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਪੰਜਾਬ ਦੇ ਵਿੱਚੋਂ ਉੱਠੀ ਚਿੰਗਾਰੀ ਇਸ ਟਾਈਮ ਦਿੱਲੀ ਦੇ ਦਰਬਾਰ ਦੇ ਸਾਹਮਣੇ ਆ ਔਰ ਕਿਸੇ ਵਕਤ ਭਾਂਪੜ ਮਚ ਸਕਦਾ। ਲੇਕਿਨ ਇਸ ਦਰਮਿਆਨ ਕਿਹਾ ਜਾ ਸਕਦਾ ਕਿ ਕੇਂਦਰ ਸਰਕਾਰ ਥੋੜਾ ਚੁੱਕੀ ਹੈ, ਮੰਗਾਂ ਮੰਨਣ ਦੀ ਵੀ ਗੱਲ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਪਰ ਕਿਸਾਨਾਂ ਦਾ ਸੰਘਰਸ਼ ਲਗਾਤਾਰ ਉਸੇ ਤਰ੍ਹਾਂ ਹੀ ਜਾਬਾ ਦਸਤੂਰ ਜਿਹੜਾ ਉਹ ਜਾਰੀ ਹੈ ਔਰ ਮੰਗ ਇਹੀ ਕੀਤੀ ਜਾ ਰਹੀ ਹੈ ਬਿੱਲ ਜਿਹੜੇ ਨੇ ਉਹ ਰੱਦ ਕੀਤੇ ਜਾਣ। ਅੱਜ ਭਾਰਤ ਬੰਦ ਹੈ। ਮੇਰੇ ਨਾਲ ਇਸ ਟਾਈਮ ਕੀਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਨ ਸਿੰਘ ਪੰਧੇਰ ਮੌਜੂਦ, ਉਹਨਾਂ ਨਾਲ ਕਰਦੇ ਗੱਲ। ਪੰਧੇਰ ਸਾਹਿਬ, ਸਰਕਾਰ ਮੰਨਣ ਨੂੰ ਤਿਆਰ ਹੈ, ਮੀਟਿੰਗਾਂ ਕਰ ਲਈਆਂ, ਫਿਰ ਅੜਿੱਕਾ ਕਿੱਥੇ ਹੈਗਾ? ਮੈਂ ਕਿਸਾਨ ਮਜ਼ਦੂਰ ਸੰਘਰਸ਼ ਸਰਵਨ ਸਿੰਘ ਪੰਧੇਰ ਬੋਲਦਾ। ਅੜਿੱਕਾ ਬਿਲਕੁਲ ਹੀ ਆ, ਕਿਉਂਕਿ ਕੇਂਦਰ ਸਰਕਾਰ ਮੰਗ ਮੰਨ ਹੀ ਨਹੀਂ ਰਹੀ। ਉਹ ਬਿਜਲੀ ਦੇ ਖੇਤੀ ਬਿੱਲਾਂ ਦੇ ਵਿੱਚ ਸੋਧ ਕਰ ਰਹੀ ਹੈ। ਕੁਝ ਸੋਧਾਂ ਕਰਨ ਤੋਂ ਬਾਅਦ ਜਿਹੜਾ ਮੂਲ ਢਾਂਚਾ ਵਾ ਉਹਨੂੰ ਕਾਇਮ ਰੱਖਣਾ ਚਾਹੁੰਦੀ ਆ। ਉਹ ਦੇਖਿਓ 9 ਤੋਂ ਬਾਅਦ ਇਹ ਦਾਅਵੇ ਵੀ ਕਰੂਗੀ ਵੀ 70% ਅਸੀਂ ਕਾਨੂੰਨ ਵਿੱਚ ਸੋਧਾਂ ਕਰਤੀਆਂ, ਆਪਣੇ ਹਮਾਇਤੀਆਂ ਕੋ ਦਾਅਵੇ ਵੀ ਕਰਾਊਗੀ। ਪਰ ਸਵਾਲ ਤਾਂ ਹੈ, ਪਹਿਲੋਂ ਤਾਂ ਕਹਿੰਦੇ ਸਾਡੇ ਖੇਤੀ ਕਾਨੂੰਨ ਚੰਗੇ ਆ, ਤੁਹਾਨੂੰ 70% ਸੋਧਾਂ ਕਿਉਂ ਕਰਨੀਆਂ ਪੈ ਰਹੀਆਂ ਤੁਹਾਡੇ? ਜੇ ਤੁਸੀਂ ਇਹ ਮੰਨ ਕੇ ਤੁਸੀਂ ਕੱਲ੍ਹ ਨੂੰ ਇਹ ਵੀ ਮੰਨੋਗੇ ਵੀ ਤੁਹਾਡੇ ਖੇਤੀ ਕਾਨੂੰਨ ਪੂਰੇ ਦੇ ਪੂਰੇ ਬਹੁਤ ਮਾੜੇ ਨੇ, ਕਿਸਾਨ ਅੰਦੋਲਨ ਨੂੰ ਉਹਦਾ ਕੌਮਾ ਬਿੰਦੀ ਵੀ ਮਨਜ਼ੂਰ ਨਹੀਂ ਹੈ। ਸੋ ਜਿੰਨਾ ਚਿਰ ਖੇਤੀ ਦੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਨਹੀਂ ਲਿਆਂਦਾ ਜਾਂਦਾ, ਸਾਨੂੰ ਖਰੀਦ ਤੇ ਕਹਿੰਦੇ ਵੀ ਤੁਹਾਨੂੰ ਚਿੱਠੀ ਲਿਖ ਦਿੰਦੇ ਆ, ਹਾਂਜੀ ਅਸੀਂ ਕਹਿੰਦੇ ਵੀ ਤੁਸੀਂ ਕਾਨੂੰਨ ਲਾਓ ਕੰਪਨੀਆਂ ਕੋ ਵਾਪਸ, ਤੇ ਕੰਪਨੀਆਂ ਨੂੰ ਚਿੱਠੀ ਲਿਖ ਕੇ ਦੇ ਦਿਓ ਕਾਰਪੋਰੇਟ ਘਰਾਂ ਨੂੰ। ਜੇ ਉਹਨਾਂ ਵਾਸਤੇ ਕਾਨੂੰਨ ਲਿਆਂਦੇ ਤੇ ਸਾਡੀ ਫਸਲ ਦੀ ਗਰੰਟੀ ਵਾਸਤੇ ਕਾਨੂੰਨ ਲਿਆਉਣ ਨੂੰ ਤਿਆਰ ਨਹੀਂ ਹੈ। ਸੋ ਇਹ ਉਹਨਾਂ ਦੀਆਂ ਆਪਾ ਵਿਰੋਧੀ ਗੱਲਾਂ ਜਿਹੜੇ ਸਾਹਮਣੇ ਆ ਰਹੀਆਂ, ਇਸ ਕਰਕੇ ਅੰਦੋਲਨ ਚੱਲੂਗਾ। ਇਹ ਲੰਮਾ ਜਾਣਾ ਵਾ, ਕਿਉਂ ਜਾਣਾ ਵਾ? ਵੀ ਕੇਂਦਰ ਸਰਕਾਰ ਹਾਲ ਦੀ ਕੜੀ 'ਚ ਵਜਿਦ ਆ। ਹੁਣ ਮੈਟਰੋ ਦੇ ਉਦਘਾਟਨ ਦੇ ਪ੍ਰਧਾਨ ਮੰਤਰੀ ਜੀ ਬੋਲ ਆਏ ਆ ਵੀ ਸਾਡੇ ਤਾਂ ਬਿੱਲ ਚੰਗੇ ਨੇ, ਫਿਰ 9 ਤਰੀਕ ਤੋਂ ਪਹਿਲੋਂ ਫੈਸਲਾ ਪ੍ਰਧਾਨ ਮੰਤਰੀ ਜੀ ਨੇ ਸੁਣਾ ਦਿੱਤਾ ਵਾ। ਉਹ ਕਹਿੰਦੇ ਆ ਕਿ ਜੇ ਅਸੀਂ ਸਾਰੀ ਫਸਲਾਂ ਦੀ MSP ਕਰ ਦਿੰਦੇ ਆ, ਖਰੀਦ ਯਕੀਨੀ ਬਣਾਉਂਦੇ, 17,000 ਕਰੋੜ ਰੁਪਈਆ ਸਾਲਾਨਾ ਸਾਨੂੰ ਘਾਟਾ ਪੈਂਦਾ ਉਹਦਾ। ਨਹੀਂ, ਉਹ ਕਹਿ ਸਕਦੇ, ਉਹਨਾਂ ਦੇ ਆਪ ਦੇ ਦਾਅਵੇ ਆ। ਯਾਨੀ ਦੇਸ਼ ਵਿੱਚ ਅਨਾਜ ਦੀ ਥੋੜ੍ਹ ਆ, 42 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਉਹ 2 ਵਕਤ ਦੀ ਰੋਟੀ ਬਾਜ਼ਾਰ 'ਚੋਂ ਖਰੀਦ ਕੇ ਖਾ ਨਹੀਂ ਸਕਦੇ। ਪਰ ਜੇ ਉਹਨਾਂ ਨੂੰ ਅਨਾਜ ਦਿੱਤਾ, ਅਨਾਜ ਕੱਟੂਗਾ। ਹਾਂ, ਤੁਹਾਨੂੰ 17,000 ਕਰੋੜ ਰੁਪਏ ਦਾ ਵੱਧ ਵਿਕਰਿਆ। ਦੂਸਰੇ ਬੰਨੇ ਕਾਰਪੋਰੇਟ ਘਰਾਣਿਆਂ ਨੂੰ ਸਾਲਾਨਾ ਜਿਹੜੀਆਂ ਲੱਖਾਂ ਹਜ਼ਾਰ ਕਰੋੜ ਰੁਪਏ ਦੀ ਮਾਫੀ ਦਿੱਤੀ ਜਾਂਦੀ ਆ, ਉਹਦੇ ਬਾਰੇ ਉਹ ਕੀ ਕਰਨਗੇ? ਉਹ ਫਿਜ਼ੀਕਲ ਡਿਪੋਜ਼ਿਟ ਦੇ ਵਿੱਚੋਂ ਉਹਨਾਂ ਨੂੰ ਮਾਫੀਆਂ ਦਿੱਤੀਆਂ ਜਾਂਦੀਆਂ। ਸੋ ਇਸ ਕਰਕੇ ਜੇ ਐਡਾ ਵੱਡਾ ਕਿਸਾਨ ਮਜ਼ਦੂਰ ਆ ਤੇ ਖੇਤੀ ਸੈਕਟਰ ਬਾਰੇ ਕਿਹਾ ਜਾਂਦਾ, ਚਾਹੇ ਯੂਰਪ ਹੋਏ ਅਮਰੀਕਾ, ਉਹਨੂੰ ਸਬਸਿਡਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਤੁਸੀਂ ਅਨਾਜ ਤੋਂ ਬਗੈਰ ਜਿੰਦਾ ਨਹੀਂ ਰਹਿ ਸਕਦੇ। ਸੋ 17,000 ਕਰੋੜ ਰੁਪਏ ਤਾਂ ਬਹੁਤ ਛੋਟੀ ਚੀਜ਼ ਆ। ਇੱਕ ਚੀਜ਼ ਹੋਰ ਹੈ, ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਖਰੀਦ ਦੀ ਉਹ ਕਰ ਰਹੇ ਨੇ। ਕਿਆ ਇਹ ਮੰਗ ਵੀ ਕਰੋਗੇ ਕਿ ਸਰਕਾਰ ਕਿਸਾਨਾਂ ਕੋਲ ਖਰੀਦ ਕਰ ਲਵੇ ਅਨਾਜ, ਤੇ ਇਹ ਕਾਨੂੰਨ ਬਣਾਵੇ ਕਿ ਕਾਰਪੋਰੇਟ ਘਰਾਣੇ ਜਿਹੜੇ ਫੂਡ ਪ੍ਰੋਸੈਸਿੰਗ ਦਾ ਕੰਮ ਕਰਦੇ ਉਹ ਸਰਕਾਰ ਕੋਲ ਖਰੀਦਣ, ਉਹਨਾਂ ਵਾਸਤੇ ਜ਼ਰੂਰੀ ਹੋਵੇ? ਨਹੀਂ, ਇਸ ਗੱਲ ਤੇ ਤਾਂ ਆਪਾਂ ਕਦੀ ਨਹੀਂ ਕੀਤਾ। ਸਰਕਾਰ ਜਦੋਂ ਵਿੱਚ ਖਲੋਊਗੀ ਉਦੋਂ ਖਰੀਦ ਦੀ ਗਰੰਟੀ ਰਹੂਗੀ ਵੀ ਸਰਕਾਰ ਨੇ ਖਰੀਦਣਾ ਹੀ ਖਰੀਦਣਾ ਵਾ। ਸਰਕਾਰ ਕਹਿੰਦੀ ਨਾ ਅਸੀਂ ਖਰੀਦ ਲੈਂਦੇ ਆ, ਵੇਅਰ ਹਾਊਸ 'ਚ ਬਰਬਾਦ ਹੋ ਜਾਂਦਾ, ਤੇ ਉਹਨੂੰ ਵੇਚਣ ਵਾਸਤੇ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕਾਨੂੰਨ ਕਿਉਂ ਨਹੀਂ ਲਾਉਂਦੀ ਕਿ ਤੁਸੀਂ ਜਿਹੜਾ ਖਰੀਦਣਾ ਕਿਸਾਨਾਂ ਕੋਲੋਂ ਨਹੀਂ, ਸਾਡੇ ਕੋਲ ਖਰੀਦੋ? ਕਾਰਪੋਰੇਟ ਘਰਾਣੇ ਜਿਹੜਾ ਤੈਅ ਕੀਤਾ ਹੋਇਆ ਮੁੱਲ ਆ, ਉਹਦੇ ਤੇ ਨਹੀਂ ਖਰੀਦਣਾ ਚਾਹੁੰਦੇ। ਅਮਰੀਕਾ ਦਾ ਦਬਾਅ ਆ ਵੀ ਤੁਸੀਂ ਆਪਦੀ MSP ਨੂੰ ਖਤਮ ਕਰ ਦਿਓ, ਕਿਉਂਕਿ ਮੰਡੀ ਖੁੱਲੀ ਮੰਡੀ ਹੋਵੇ, ਮੰਡੀ 'ਚ ਕੋਈ ਕਾਇਦਾ ਕਾਨੂੰਨ ਨਾ ਹੋਵੇ। ਸਾਡੀ ਮਰਜ਼ੀ ਆ, ਅਸੀਂ ਮੁਕਤ ਖਰੀਦੀਏ, ਸਾਡੀ ਮਰਜ਼ੀ 10 ਰੁਪਏ ਦੇ ਕੇ ਕਰੀਏ। ਦੁਨੀਆ ਵਿੱਚ ਕੋਈ ਵੀ ਪ੍ਰਾਈਵੇਟ ਖੇਤਰ ਤੇ ਕੋਈ ਵੀ ਜਿਹੜਾ ਪ੍ਰਾਈਵੇਟ ਖੇਤਰ ਆ, ਚਾਹੇ ਪੂੰਜੀਪਤੀ ਆ, ਉਹ ਇੱਕ ਐਗਜ਼ਾਮਪਲ ਦੁਨੀਆ 'ਚ ਨਹੀਂ ਮਿਲਦੀ ਵੀ ਉਹਨਾਂ ਨੇ ਕਿਤੇ ਵੀ ਕਿਸੇ ਦੇਸ਼ ਦੇ ਲੋਕਾਂ ਨੂੰ ਫਾਇਦਾ ਦਿੱਤਾ। ਉਹ ਤਾਂ ਘੱਟ ਕੀਮਤ ਤੋਂ ਕਿਸਾਨਾਂ ਕੋਲ ਖਰੀਦਣਗੇ ਤੇ ਆਪਣਾ ਮੁਨਾਫਾ ਤੈਅ ਕਰਕੇ ਵੱਧ ਕੀਮਤ ਤੇ ਸ਼ਹਿਰੀਆਂ ਨੂੰ, ਲੋੜਵੰਦਾਂ ਨੂੰ ਵੇਚਣਗੇ। ਤਾਂ ਇਸ ਕਰਕੇ ਸਰਕਾਰ ਅੱਗੇ ਵੇਚਣ ਲਈ ਕੀ ਕਰਦੀ ਆ? ਮੈਂ ਦੁਹਰਾ ਫਿਰ ਕਹਿੰਦਾ ਵੀ ਅਨਾਜ ਵਾਧੂ ਨਹੀਂ ਹੈ, ਅਨਾਜ ਘਟ ਰਿਹਾ ਵਾ, ਪਰ ਇਸ ਕਰਕੇ ਗੋਦਾਮਾਂ ਸੜਦਾ ਵਾ ਵੀ ਆਮ ਲੋਕਾਂ ਤੱਕ ਉਹਨੂੰ ਦਿੱਤਾ ਨਹੀਂ ਜਾਂਦਾ। ਇੱਕ ਹੋਰ ਗੱਲ, ਸਰਕਾਰ ਹੁਣ ਇੱਕ ਪਿੱਛੇ ਜੇ ਕੁਝ ਕਹਿਣ ਲੱਗ ਪਈ ਸੀ, ਖਾਲਿਸਤਾਨੀ ਵੜ ਗਏ ਨੇ ਤਾਰ ਪੀੜੋ ਕਰਨ ਲਈ ਅੰਦੋਲਨ ਨੂੰ। ਫਿਰ ਕਿਸਾਨਾਂ ਦੇ ਜਿਹੜੇ ਹਰਿਆਣੇ ਦੇ ਕਿਸਾਨ, ਉਹਨਾਂ ਨੂੰ ਕਹਿੰਦੇ ਆਪਣੀ ਮੰਗ 'ਚ SYL ਦੀ ਵੀ ਮੰਗ ਜਿਹੜੀ ਆ ਉਹ ਜੋੜੋ। ਤਾਰ ਪੀੜੋ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਲੱਗਦਾ ਜੇ ਅੰਦੋਲਨ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ, ਸਰਕਾਰ ਨਾਲ ਗੱਲ ਨਹੀਂ ਬਣਦੀ, ਤੇ ਸਰਕਾਰ ਕੋਈ ਹੋਰ ਹੱਥ ਕੰਡਾ ਅਪਣਾ ਸਕਦੀ ਹੈ, ਸਖਤੀ ਵੀ ਵਰਤ ਸਕਦੀ ਹੈ? ਹਾਂ, ਦੇਖੋ ਮੇਰੇ ਖਿਆਲ ਜਦੋਂ ਤੋਂ ਚੱਲਿਆ ਹੋਇਆ, ਪਹਿਲੋਂ ਤਾਂ ਕਹਿੰਦੇ ਸੀ ਵਿਰੋਧੀਆਂ ਦਾ ਅੰਦੋਲਨ, ਫਿਰ ਕਹਿੰਦੇ ਕਿਸਾਨ ਨੂੰ ਕਾਨੂੰਨ ਬਾਰੇ ਪਤਾ ਨਹੀਂ, ਫਿਰ ਕਹਿੰਦੇ ਇਹ ਨਕਸਲੀਆਂ ਦਾ ਅੰਦੋਲਨ, ਫਿਰ ਕਹਿੰਦੇ ਇਹ ਵਿਚੋਲਿਆਂ ਦਾ ਅੰਦੋਲਨ, ਮਤਲਬ ਬਹੁਤ ਕੁਝ ਕਿਹਾ ਗਿਆ।
ਹੁਣ ਕਿਸੇ ਵਿਸ਼ੇਸ਼ ਤਬਕੇ ਨੂੰ ਟੱਪਾ ਖਾਲਿਸਤਾਨੀ ਨੇ ਗਾ ਹੋਰ ਗੱਲਾਂ ਕਹੀਆਂ ਜਾ ਰਹੀਆਂ। ਸੋ ਇਹ ਸਰਕਾਰਾਂ ਦੀਆਂ ਅੱਜ ਤੋਂ ਨਹੀਂ ਪਹਿਲੋਂ ਤੋਂ ਮਨਸ਼ਾਵਾਂ ਰਹੀਆਂ ਵੀ ਕਿਸਾਨ ਅੰਦੋਲਨ ਵਿੱਚ ਫੁੱਟ ਕਿੱਦਾਂ ਪਾਈ ਜਾਵੇ, ਕਿਸਾਨ ਅੰਦੋਲਨ ਨੂੰ ਬਦਨਾਮ ਕਿਵੇਂ ਕੀਤਾ ਜਾਏ। ਸੋ ਇਹ ਕਰਨਗੇ, ਪਰ ਇਹਦੇ ਬਾਵਜੂਦ ਤੁਸੀਂ ਵੇਖੋ ਕੁਝ ਫਰੰਟਾਂ ਤਾਂ ਅਸੀਂ ਜਿੱਤ ਗਏ ਹਾਂ, ਸਮਾਜਿਕ ਫਰੰਟ ਤੋਂ ਜਿੱਤੇ ਹੋਏ ਹਾਂ। ਅੱਜ ਪੰਜਾਬ ਵਿੱਚ ਜੇ ਪੰਜਾਬੀ ਲੜ ਰਹੇ, ਕੋਈ ਹਿੰਦੂ ਸਿੱਖ ਦਾ ਸਵਾਲ ਥੋੜਾ, ਕੋਈ ਜਾਤ ਪਾਤ ਦਾ ਸਵਾਲ ਥੋੜਾ, ਕੋਈ ਸ਼ਹਿਰੀ ਪਿੰਡੂ ਦਾ ਸਵਾਲ ਥੋੜਾ। ਇਹ ਸਮਾਜਿਕ ਤੌਰ ਤੇ ਜਿਹੜਾ ਇਹ ਵਰਤਾਰਾ ਵੇਖਣ ਨੂੰ ਮਿਲ ਰਿਹਾ ਸਾਨੂੰ, ਇਹ ਸਦੀਆਂ 'ਚ ਮਿਲਣ ਨੂੰ ਵੇਖਦਾ। ਸੋ ਉਹਨਾਂ ਦੇ ਸਾਰੇ ਹੱਥ ਕੰਡੇ ਨਾਕਾਮਯਾਬ ਰਹੇ। ਜਿੱਥੋਂ ਤੱਕ ਉਹਨਾਂ ਦਾ ਜ਼ਬਰ ਕਰਨ ਦਾ ਸਵਾਲ, ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ। ਜੇ ਉਹਨਾਂ ਨੂੰ ਵਾਰਾ ਖਾਂਦਾ ਤਾਂ ਉਹ ਕਰ ਲੈਣ। ਪਰ ਲੱਗਦਾ ਨਹੀਂ ਕਿ ਸਰਕਾਰ ਝੁਕਦੀ ਪਈ ਆ, ਕਿਸਾਨ ਫੇਰ ਅੜੀਅਲ ਰਵੱਈਆ ਅਪਣਾ ਰਹੇ ਆ। ਉਹ ਕਹਿੰਦੇ ਅਸੀਂ ਸੋਧਾ ਕਰ ਦਿੰਦੇ, ਜੇ ਸੋਧ ਕਰਕੇ ਵੀ ਤੁਹਾਡਾ ਢਿੱਡ ਪੂਰਾ ਹੁੰਦਾ ਤੇ ਉਹ ਸਹੀ ਨਹੀਂ ਰਹੇਗਾ। ਹਾਂ, ਮੰਨ ਲਈਏ ਕਿਲੋ ਜ਼ਹਿਰ ਆ, ਕੋਈ ਕਹੇ ਅੱਧਾ ਕਿਲੋ ਲੈ ਲਓ, ਕੋਈ ਕਹੇ ਪਾਈਆ ਲੈ ਲਓ, 100 ਗ੍ਰਾਮ ਜ਼ਹਿਰ ਤਾਂ ਜ਼ਹਿਰ ਹੀ ਆ। ਅਸੀਂ ਕਹਿੰਦੇ ਵੀ ਤੁਸੀਂ ਦੋੜਾ ਕੋ ਰੱਖਣ ਦੇ, ਸਾਰਾ ਵਾਪਸ ਲੈ ਲਓ। ਹਾਂ, ਜੇ ਉਹਨੂੰ ਲੱਗਦਾ ਵੀ ਕਿਸਾਨ ਦਾ ਸਮਝੇ ਨਹੀਂ, ਅਸੀਂ ਤਾਂ ਇਹ ਵੀ ਕਿਹਾ ਸੀ ਵੀ ਤੁਸੀਂ 2 ਸਾਲ ਲਈ ਵਾਪਸ ਲੈ ਜਾਓ, ਫਿਰ ਇੱਕ ਵਾਰੀ ਸਮਝਾ ਕੇ ਲੈ ਆਇਓ, ਜਦੋਂ ਸਮਝਾਂਗੇ। ਤੁਸੀਂ ਬਗੈਰ ਪੁੱਛੋ ਸਾਨੂੰ ਕਿਉਂ ਲੈ ਕੇ ਆਏ। ਸੋ ਇਸ ਕਰਕੇ ਕੇਂਦਰ ਸਰਕਾਰ ਨੂੰ ਹੁਣ ਮੁੜਨਾ ਔਖਾ ਲੱਗ ਰਿਹਾ। ਹੋਰ ਚੀਜ਼ ਆ, ਕਿਤੇ ਇਹ ਮਨਸ਼ਾ ਤੇ ਨਹੀਂ ਉਹਨਾਂ ਨੇ ਪਹਿਲਾਂ ਨੋਟਬੰਦੀ ਕੀਤੀ, ਉਸ ਤੋਂ ਬਾਅਦ ਚੋਣਾਂ ਜਿੱਤ ਗਈ ਸਰਕਾਰ, ਫਿਰ GST ਲਿਆਂਦੀ, ਉਹਦਾ ਵੀ ਕਾਫੀ ਵਿਰੋਧ ਰਿਹਾ। ਗੁਜਰਾਤ ਕਿੰਨੇ ਮਹੀਨੇ ਬੰਦ ਰਿਹਾ, ਫਿਰ ਸਰਕਾਰ ਉਹਨਾਂ ਦੀ ਬਣ ਗਈ। ਤੇ ਕਿਤੇ ਉਹਨਾਂ ਦੇ ਦਿਮਾਗ 'ਚ ਇਹ ਤਾਂ ਨਹੀਂ ਗਾ ਕਿ ਖੇਤੀ ਕਾਨੂੰਨ ਅਸੀਂ ਪਾਸ ਕਰਦੇ, ਅੰਦੋਲਨ ਹੁੰਦੇ ਹੋਣ ਦਿਓ, ਅਸੀਂ ਫਿਰ ਜਿੱਤਾਂਗੇ। ਹਾਂ ਦੇਖੋ, ਅਸੀਂ ਸਾਫ਼ ਕਹਿੰਦੇ ਹਾਂ ਵੀ ਕਾਰਪੋਰੇਟ ਘਰਾਣੇ ਪੂੰਜੀਪਤੀ, ਕਿਉਂਕਿ ਇਲੈਕਸ਼ਨਾਂ ਇੱਥੇ ਫਿਰੀਆਂ ਫੇਰ ਨਹੀਂ ਹੁੰਦਾ। ਧਨ ਬਲ, ਬਾਹੂਬਲ, ਪ੍ਰਚਾਰ ਮਾਧਿਅਮ ਦੀ ਜ਼ਰੂਰਤੋਂ ਰੱਜ ਕੇ ਹੁੰਦੀ ਆ। ਸੋ ਉਹੀ ਉਹਨਾਂ ਦੀ ਬਾਂਹ ਮਰੋੜ ਰਹੇ। ਤੇ ਮੋਦੀ ਜੀ ਫਿਕਰ ਨਾ ਕਰੋ, ਇਲੈਕਸ਼ਨਾਂ ਤਾਂ ਅਸੀਂ ਤੁਹਾਨੂੰ ਜਿੱਤਣੀਆਂ, ਤੁਸੀਂ ਸਿਰਫ ਸਾਡਾ ਖਿਆਲ ਰੱਖੋ। ਸਿਰਫ ਮੈਂ ਕਹਿੰਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਭਾਜਪਾ ਨੂੰ ਕਾਰਪੋਰੇਟ ਘਰਾਣਿਆਂ ਨੇ ਗੁੰਮਰਾਹ ਕਰਕੇ ਰੱਖਿਆ ਵਾ। ਉਹਨਾਂ ਨੂੰ ਦੇਸ਼ ਦੀ ਆਵਾਜ਼ ਸੁਣਨੀ ਚਾਹੀਦੀ ਆ, ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਸੁਣਨੀ। ਮਤਲਬ ਕਿ ਤੁਹਾਡੇ ਮੁਤਾਬਕ ਪ੍ਰਧਾਨ ਮੰਤਰੀ ਦੇਸ਼ ਦਾ, ਕਾਰਪੋਰੇਟ ਘਰਾਣਿਆਂ ਦਾ ਨਹੀਂ? ਬਿਲਕੁਲ ਜੀ, ਦੇਸ਼ ਨੇ ਚੁਣਿਆ ਨੇ। ਲੋਕਤੰਤਰ ਵਿੱਚ ਦੇਸ਼ ਸਭ ਤੋਂ ਉੱਪਰ ਆਉਂਦਾ, ਕਾਰਪੋਰੇਟ ਘਰਾਣੇ ਬਾਅਦ ਚ ਆਉਂਦੇ ਆ। ਲਾਸਟ ਸਵਾਲ, ਕਿੰਨੀ ਦੇਰ ਤੱਕ, ਜੇ ਸਰਕਾਰ ਨਹੀਂ ਮੰਨਦੀ, ਕਿੰਨੀ ਦੇਰ ਤੱਕ ਅੰਦੋਲਨ ਜਿਹੜਾ ਜਾਰੀ ਰਹੇਗਾ? ਦਿੱਲੀ ਦੀ ਗਰਦਨ ਕਿੰਨੀ ਦੇਰ ਤੱਕ ਮਰੋੜੀ ਰੱਖਣਗੇ ਕਿਸਾਨ? ਅਸਲ ਵਿੱਚ ਇਹ ਦਿੱਲੀ ਸਰਕਾਰ ਨੇ ਤੈਅ ਕਰਨਾ। ਅਸੀਂ ਅੰਦੋਲਨ ਲਈ ਤਿਆਰ ਹਾਂ। ਸਾਡੇ ਲਈ ਦੂਜੀ ਆਪਸ਼ਨ ਕੋਈ ਨਹੀਂ। ਕਿਸੇ ਦਾ ਕਿੱਤਾ ਖਤਮ ਹੋਣਾ, ਕਿਸੇ ਦੀ ਜ਼ਿੰਦਗੀ ਮੌਤ ਦਾ ਸਵਾਲ ਆ, ਤੇ ਉਹ ਅੰਤਮ ਸਾਹ ਤੱਕ ਲੜੂਗਾ। ਉਹਦੇ ਕੋਲ ਦੂਜੀ ਆਪਸ਼ਨ ਨਹੀਂ, ਸਰਕਾਰ ਕੋਲ ਆਪਸ਼ਨ ਹੈ। ਅਸੀਂ ਜਦੋਂ ਤੱਕ 2024 ਤੱਕ ਮੋਦੀ ਸਾਹਿਬ ਜੀ ਉਹਨਾਂ ਦੀ ਸਰਕਾਰ ਆ, ਉਦੋਂ ਤੱਕ ਭਿੜਾਂਗੇ। ਇਹਦੋਂ ਗਾਹਾਂ ਲੋੜ ਪਈ ਉਦੋਂ ਤੱਕ ਵੀ ਭਿੜਾਂਗੇ। ਤਾਂ ਸਨ ਸਾਡੇ ਨਾਲ ਸਰਵਨ ਸਿੰਘ ਪੰਧੇਰ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਅੰਦੋਲਨ ਖਤਮ ਕਰਾਉਣ ਲਈ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਤੀਰਾ ਜਿਹੜਾ ਉਹਨਾਂ ਵੱਲੋਂ ਵਰਤ ਲਿੱਤਾ ਗਿਆ ਹੈ। ਲੇਕਿਨ ਕਿਸਾਨ ਕਿਸੇ ਵੀ ਕੀਮਤ ਤੇ ਖੇਤੀ ਸੋਧ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਦ ਕਰਾ ਕੇ ਹੀ ਅੰਦੋਲਨ ਖਤਮ ਕਰਨਗੇ। ਫਿਲਹਾਲ ਦੀ ਅੱਜ ਦੀ ਜੇ ਤਸਵੀਰਾਂ ਦੀ ਗੱਲ ਕੀਤੀ ਜਾਵੇ, ਅੱਜ ਭਾਰਤ ਬੰਦ ਦਾ ਆਹਵਾਨ ਦਿੱਤਾ ਗਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਵੀ ਕਿਸਾਨਾਂ ਵੱਲੋਂ ਸੰਘਰਸ਼ ਜਿਹੜਾ ਉਹ ਲਗਾਤਾਰ ਜਾਰੀ ਕੀਤਾ ਜਾ ਰਿਹਾ ਔਰ 11 ਵਜੇ ਤੋਂ ਇੱਥੇ ਧਰਨਾ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਔਰ 3 ਵਜੇ ਤੱਕ ਧਰਨਾ ਰਹੇਗਾ। ਔਰ ਜੇ ਕਿਸਾਨ ਨੇਤਾਵਾਂ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਚਾਹੇ ਉਹਦੇ ਲਈ 2024 ਤੱਕ ਦਾ ਇੰਤਜ਼ਾਰ ਕਰਨਾ ਪਵੇ, ਕਿਸਾਨਾਂ ਦਾ ਅੰਦੋਲਨ ਉਸੇ ਤਰ੍ਹਾਂ ਬਾਦਸਤੂਰ ਜਾਰੀ ਰਹੇਗਾ। ਕੈਮਰਾਮੈਨ ਹਰਜਿੰਦਰ ਦੇ ਨਾਲ ਰਾਜਨ ਗੁਸਾਈ, ਪੰਜਾਬ ਵਾਇਰ ਨਿਊਜ਼, ਅੰਮ੍ਰਿਤਸਰ। ਸਾਡੇ ਨਾਲ ਜੁੜੋ, ਅਸੀਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ, ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।